ਸਭ ਹੋ ਹਾਥ ਜੋੜ ਨਿਪਠਾਡੋ ਰਹਿਓ। ਤੇ ਰਾਜਾ ਜਿਹੜਾ ਖਵਾ ਕੇ ਹੱਥ ਜੋੜ ਕੇ ਨਾ ਸਾਰਿਆਂ ਦੇ ਅੱਗੇ ਖੜਾ ਹੋਇਆ ਹੈ। ਕਹਿਤ ਭਇਓ ਹੇ ਪ੍ਰਭੂ ਸੁਨੀਜੈ। ਤੇ ਪ੍ਰਭੂ ਪਰਮੇਸ਼ਰ ਵੀ ਆਏ ਹੋਏ, ਅਕਾਲ ਪੁਰਖ ਵੀ ਇਸ ਯੱਗ ਵਿੱਚ। ਤੇ ਰਾਜਾ ਅਖਵਾਕ ਪ੍ਰਭੂ ਪਰਮੇਸ਼ਰ ਤਾਈਂ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ਜੀ, ਅਕਾਲ ਪੁਰਖ ਪਰਮੇਸ਼ਰ, ਮਰਜ ਆਪ ਜੇ ਤਰੁਠਿਓ ਤੇ ਫਿਰ ਇਹ ਮੇਰੀ ਬੇਨਤੀ ਸ਼ਰਵਣ ਕਰੋ ਜੀ। ਸਭ ਪ੍ਰਸੰਨਤਾ ਇਹੋ ਵਰ ਦੀਜੈ। ਵੀ ਜੇ ਸਾਰੇ ਪ੍ਰਸੰਨੋ ਦੇਵੀ ਦੇਵਤੇ ਤੇ ਮੈਨੂੰ ਇਹ ਵਰਦਾਨ ਆਪ ਜੀ ਦੇਣਾ ਕਰੋ। ਜਹਾਂ ਨਿਵਾਸ ਆਪ ਤੁਮ ਕੀਨ। ਵੀ ਜਿੱਥੇ ਹੁਣ ਆਗਣ ਕੁੰਡ ਹੈ ਨਾ, ਜਿੱਥੇ ਤੁਸਾਂ ਨੇ ਹੁਣ ਨਿਵਾਸਾ ਕੀਤਾ ਹੈ, ਜਿੱਥੇ ਭਾਰੀ ਯੱਗ ਹੋ ਰਿਹਾ ਹੈ, ਧਾਰ ਆਨੰਦ ਮੁਝ ਦਰਸ਼ਨ ਦੀਨੋ। ਤੇ ਤੁਸੀਂ ਜਿੱਥੇ ਬੜਾ ਆਨੰਦ ਧਾਰਿਆ ਹੈ, ਮੈਨੂੰ ਤੁਸਾਂ ਨੇ ਦਰਸ਼ਨ ਦਿੱਤੇ ਜਿਸ ਅਸਥਾਨ ਤੇ। ਅਗਨ ਕੁੰਡ ਇਹੋ ਤੀਰਥ ਹੋਏ। ਵੀ ਜਿਹੜਾ ਅਗਨ ਕੁੰਡ ਹੈ ਨਾ, ਜਿੱਥੇ ਹੁਣ ਬਣਿਆ ਹੋਇਆ ਹੈ, ਬੜਾ ਭਾਰੀ ਤੀਰਥ ਹੋ ਜਾਵੇਗਾ, ਤੀਰਥ ਹੋ ਜਾਵੇ, ਵਰਦਾਨ ਦੇਣਾ ਕਰੋ। ਕਲਖ ਹਤ ਹੈ ਮੱਜੈ ਨਰ ਜੋਏ। ਵੀ ਕਲਯੁਗ ਦੇ ਵਿੱਚ ਜਾਂ ਇਹ ਜਿਹੜੇ ਕਲੁਖ ਕਹਿੰਦੇ ਆ ਪਾਪਾਂ ਨਾਲ ਭਰੇ, ਕਿਲਵਿਖ ਜਿੰਨੇ ਨਿਸ਼ਚੇ ਕਰਕੇ ਪਾਪ ਜਿਹੜੇ ਆ ਉਹ ਸਾਰੇ ਕੀਤੇ ਹੋਏ ਪਾਪਾਂ ਦੇ ਨਾਲ ਭਰੇ ਹੋਏ ਜਿੰਨੇ ਜੀਵ ਹੈ, ਇਹਦੇ ਵਿੱਚ ਇਸ਼ਨਾਨ ਕਰਿਆ ਕਰਨਗੇ। ਹੋਏ ਜਗਤ ਮਹਿ ਮਹਾ ਪ੍ਰਕਾਸ਼। ਤੇ ਇਸ ਤਰ੍ਹਾਂ ਇਸ਼ਨਾਨ ਕਰਕੇ ਪਵਿੱਤਰ ਹੋ ਜਾਣ। ਇਹ ਤੀਰਥ ਜਿਹੜਾ ਸਾਰੇ ਸੰਸਾਰ ਵਿੱਚ ਹੈ ਪ੍ਰਭੂ ਜੀ ਭਾਰੀ ਪ੍ਰਗਟ ਹੋ ਜਾਵੇ। ਇਸਕੇ ਸਮ ਦੁਤੀਓ ਨਹਿ ਭਾਸ। ਤੇ ਇਸ ਤੀਰਥ ਦੇ ਬਰਾਬਰ ਸੰਸਾਰ ਵਿੱਚ ਕੋਈ ਦੂਜਾ ਤੀਰਥ ਨਾ ਪ੍ਰਗਟ ਹੋਵੇ, ਹੋਰ ਕੋਈ ਐਡਾ ਤੀਰਥ ਨਾ ਹੋਵੇ। ਅਗਨ ਕੁੰਡ ਕੇ ਜੈਸੋ ਜਿਸ ਦੇਸ਼ ਹੋ। ਤੋ ਬਾਕੀ ਅਗਨ ਕੁੰਡ ਜਿਹੜਾ ਬਣਿਆ ਹੋਇਆ ਹੈ, ਇਹ ਪ੍ਰਭੂ ਜੀ ਆ ਰਾਜੇ ਜਿਹੜਾ ਵਾਹਿਗੁਰੂ ਜਿਹੜੇ ਦੇਵਤੇ ਬੈਠੇ ਆ, ਤੁਸੀਂ ਦੇਵ ਲੋਕ ਦੇਵਤਾ ਜੀ, ਬ੍ਰਹਮਾ ਵਿਸ਼ਨੂੰ ਸ਼ਿਵ ਤੋਂ ਆਦਿਕ ਜਿੰਨੇ ਹੋ, ਜਿਹੜੇ ਜਿਹੜੇ ਅਗਨ ਕੁੰਡ ਦੇ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਤਿਸ ਤਿਸ ਦੇਸ਼ ਸਦੀਵ ਤੁਮ ਬਸੇ ਹੋ। ਤੇ ਤੁਸੀਂ ਸਦੀਵ ਸਦਾ ਵਾਸਤੇ ਇੱਥੇ ਵਾਸਾ ਕਰ ਲਓ। ਜਾਓ ਨਾ, ਤੁਹਾਡਾ ਸਦਾ ਹੀ ਇੱਥੇ ਵਾਸਾ ਹੋ ਜਾਵੇ। ਇਹਾਂ ਆਏ ਜੋ ਕਰਹਿ ਇਸ਼ਨਾਨ। ਤੇ ਇੱਥੇ ਆ ਕਰਕੇ ਜਿਹੜਾ ਵੀ ਸਤਜੁਗ ਦੇ ਅੰਦਰ ਇਸ਼ਨਾਨ ਕਰਿਆ ਕਰੇਗਾ, ਜਹਾਂ ਦੇਸ਼ ਫਿਰ ਕਰ ਬੰਧਨ ਠਾਨ। ਤੇ ਚਾਰ ਚਫੇਰੇ ਦੇ ਕੁੰਡ ਦੇ ਪ੍ਰਕਰਮਾ ਕਰਕੇ ਜਿਹੜਾ ਵੀ ਬੰਦਨਾ ਕਰੇਗਾ, ਨਮਸਕਾਰ ਕਰਿਆ ਕਰੇਗਾ, ਤਿਸ ਕੋ ਸਕਲ ਕਰਹੁ ਕਲਿਆਣ। ਤੇ ਉਹਦੀ ਸਾਰੇ ਤਰ੍ਹਾਂ ਦੇ ਨਾਲ ਇਹ ਪ੍ਰਭੂ ਪਰਮੇਸ਼ਰ ਜੀ ਤੁਸਾਂ ਕਲਿਆਣ ਕਰ ਦੇਣੀ। ਜਨਮ ਜਨਮ ਕੇ ਕਿਲੇ ਖਾਨ। ਤੇ ਜਨਮਾਂ ਜਨਮਾਂ ਦੇ ਕੀਤੇ ਹੋਏ ਜਿਹੜੇ ਬਹੁਤੇ ਪਾਪ ਬੱਜਰ ਹੈ, ਉਹ ਸਾਰੇ ਦੇ ਸਾਰੇ ਨਾਸ਼ ਕਰ ਦੇਣੇ ਜੀ। ਸੁਨਿਓ ਭੂਪ ਤੇ ਸਭ ਨੇ ਕਹਿਓ। ਸਾਰਿਆਂ ਨੇ ਜਦੋਂ ਸੁਣਿਆ ਇਹ ਖਵਾਕ ਰਾਜੇ ਤੋਂ, ਤੇ ਬੋਲਣ ਲੱਗੇ, ਕਹਿਣ ਲੱਗੇ ਹਨ, ਪੁਰਸ਼ੋਤਮ ਕੀ ਦੇਸ਼ ਤਬ ਲਹਿਓ। ਭਾਵ ਉਹ ਸਾਰੇ ਦੇਵੀ ਦੇਵਤੇ ਜਿਹੜੇ ਉਹ ਪੁਰਸ਼ੋਤਮ ਦੀ ਦਿਸ਼ ਵੇਖਣ ਲੱਗੇ। ਪੁਰਸ਼ੋਤਮ ਕਈ ਉੱਤਮ ਪੁਰਸ਼, ਉਹ ਕੌਣ ਹੈ? ਪ੍ਰਭੂ ਅਕਾਲ ਪੁਰਖ ਹੈ। ਸਾਰੇ ਦੇਵੀ ਦੇਵਤੇ ਰਾਜੇ ਦੀ ਬੇਨਤੀ ਸੁਣ ਕੇ ਅਕਾਲ ਪੁਰਖ ਪਰਮੇਸ਼ਰ ਵੱਲ ਵੇਖਣ ਲੱਗੇ ਆ ਵੀ ਹੁਣ ਪ੍ਰਭੂ ਕੀ ਜਵਾਬ ਦਿੰਦੇ ਆ। ਸ਼੍ਰੀ ਨਾਰਾਇਣ ਸਭ ਦੇਸ਼ ਹੇਰ। ਜਿਹੜਾ ਨਰਾਂ ਨਰਾਂ ਵਿੱਚ ਆਇਣ ਜੀ ਦਾ ਘਰ ਹੈ, ਉਹ ਪ੍ਰਭੂ ਪਰਮੇਸ਼ਰ ਸਾਰਿਆਂ ਦੇ ਤਰਫ ਵੇਖ ਕਰਕੇ ਬੋਲੇ ਆ। ਕਰੀ ਕਿਰਪਾ ਬੋਲੇ ਤਿਸ ਬੇਰ। ਬੜੀ ਕਿਰਪਾ ਕੀਤੀ ਹੈ ਇਸ ਇਖਵਾਕ ਰਾਜੇ ਤੇ ਮਹਾਰਾਜ ਪ੍ਰਭੂ ਪਰਮੇਸ਼ਰ ਇਉਂ ਬੋਲੇ ਆ, ਹੇ ਭੂਪਤ ਤੂੰ ਭਗਤ ਮਹਾਨਾ। ਹੇ ਰਾਜਨ, ਤੂੰ ਬਹੁਤ ਭਾਰੀ ਭਗਤ ਪੈ, ਗਿਆਨ ਤਿਆਗ ਦੇ ਸਹਿਤ ਬੜਾ ਪ੍ਰੇਮੀ ਭਗਤ ਹੈ। ਕਾਰਨ ਪਰ ਉਪਕਾਰ ਬਖਾਨਾ। ਤੇ ਤੂੰ ਜਿਹੜਾ ਨਾ ਉਹ ਸਾਰਿਆਂ ਦੇ ਉੱਪਰ ਪਰਉਪਕਾਰ ਕਰ ਰਿਹਾ ਹੈ। ਤੋ ਪਰਉਪਕਾਰ ਕੀਤਾ ਤੂੰ, ਜਾਂ ਤੂੰ ਪਰਉਪਕਾਰ ਦਾ ਕਾਰਨ ਜਿਹੜਾ ਉਹ ਕਹਿ ਰਹੇ ਆ ਵੀ ਪਰਉਪਕਾਰ ਕਰੋ ਸਾਡੇ ਉੱਪਰ ਤੀਰਥ ਦੇ ਕਰਕੇ, ਬਖਸ਼ ਕਰਕੇ। ਜਿਮ ਜੀਵਨ ਕੋ ਹੋਏ ਕਲਿਆਣ। ਵੀ ਇਹ ਵੀ ਪਰਉਪਕਾਰ ਦਾ ਹੀ ਕਾਰਨ ਹੈ। ਤੂੰ ਵੀ ਆਪਦੇ ਵਾਸਤੇ ਨਹੀਂ ਤੂੰ ਕੁਝ ਮੰਗਿਆ। ਜੇ ਤੂੰ ਕੁਝ ਮੰਗਿਆ ਹੈ ਤੇ ਉਹ ਵੀ ਸੰਸਾਰ ਵਾਸਤੇ ਮੰਗਿਆ ਹੈ ਵੀ ਜੀਵਾਂ ਦੀ ਕਲਿਆਣ ਹੋ ਜਾਵੇ ਤੀਰਥ ਦਾ ਇਸ਼ਨਾਨ ਕਰਕੇ। ਹਮ ਤੇ ਜਾਚੋ ਆਸ ਤੈ ਦਾਨ। ਤੇ ਇਹੋ ਜਿਹਾ ਦਾਨ ਤੂੰ ਸਾਡੇ ਪਾਸੋਂ ਜਿਹੜਾ ਉਹ ਮੰਗ ਰਿਹਾ ਵੀ ਆਪਦੇ ਵਾਸਤੇ ਤੂੰ ਕੁਝ ਮੰਗਿਆ ਨਹੀਂ। ਜੋ ਮੰਗਿਆ ਹੈ ਉਹ ਸਾਰਾ ਹੀ ਉਹ ਸੰਸਾਰ ਵਾਸਤੇ ਮੰਗ ਰਹੇ ਹਨ, ਦੂਜਿਆਂ ਦੀ ਕਲਿਆਣ ਵਾਸਤੇ ਮੰਗਿਆ ਹੈ। ਮਮ ਪ੍ਰਸੰਨਤਾ ਤੇ ਸਭ ਹੋਏ। ਤੇ ਇਹ ਜੋ ਮੰਗਿਆ ਨਾ ਉਹ ਸਾਡੀ ਪ੍ਰਸੰਨਤਾ, ਖੁਸ਼ੀ ਹੈ, ਸਭ ਕੁਝ ਜ਼ਰੂਰ ਹੋ ਜਾਵੇਗਾ। ਤੀਰਥ ਮਹਾ ਲਖੈ ਸਭ ਕੋਏ। ਤਥਾਸਤੂ ਪਰਮੇਸ਼ਰ ਕਹਿੰਦੇ ਆ। ਤੇ ਜਿਹੜਾ ਤੇਰੇ ਮਨ ਵਿੱਚ ਫੁਰਨਾ ਹੈ ਖਵਾਕ ਰਾਜਨ, ਉਹ ਸਾਰਾ ਹੀ ਪੂਰਾ ਹੋ ਜਾਵੇਗਾ।
ਬੜਾ ਭਾਰੀ ਜਿਹੜਾ ਉਹ ਤੀਰਥ ਇੱਥੇ ਬਣੇ ਪ੍ਰਗਟ ਹੋਵੇਗਾ। ਲੱਖਾਂ ਬਰਸ ਬਿਦਤ ਅਬ ਤੇ ਰਹੈ ਸਾਰੇ ਜਾਣਨਗੇ ਇਸ ਤੀਰਥ ਨੂੰ, ਤੇ ਲੱਖਾਂ ਵਰਿਆਂ ਤੀਕਰ ਜਿਹੜਾ ਤੀਰਥ ਪ੍ਰਗਟ ਰਹੇਗਾ ਸਤਜੁਗ ਦੇ ਅੰਦਰ। ਪੁਨ ਛਪ ਜਾਏ ਨ ਕੋ ਲਹੈ ਤੇ ਪੁਨ ਬਾਅਦ ਵਿੱਚ ਲੱਖਾਂ ਵਰੇ ਤੀਰਥ ਪ੍ਰਗਟ ਰਹੇਗਾ, ਫਿਰ ਤੀਰਥ ਸ਼ੁਭ ਜਾਵੇਗਾ, ਗੁਪਤ ਹੋ ਜਾਵੇਗਾ, ਤੇ ਕੋਈ ਨਹੀਂ ਜਾਣ ਪਾਏਗਾ ਵੀ ਇੱਥੇ ਕੋਈ ਤੀਰਥ ਵੀ ਹੁੰਦਾ ਸੀ। 5000 ਬਿਤ ਹੈ ਕਲ ਕਾਲ ਤੇ ਜਦੋਂ ਫਿਰ ਕਲਯੁਗ ਦਾ ਸਮਾਂ ਆਵੇਗਾ, 5000 ਵਰਾ ਜਦੋਂ ਕਲਯੁਗ ਬੀਤ ਜਾਵੇਗਾ, 5000 ਵਰਾ ਜਦੋਂ ਕਲਯੁਗ ਦਾ ਉਮਰ ਲੰਘ ਜਾਵੇਗੀ, ਕਲਯੁਗ ਚੜੇ ਨੂੰ 5000 ਵਰਾ ਹੋ ਜਾਵੇਗਾ। ਤਬ ਮਮ ਹੋਏ ਅਵਤਾਰ ਵਿਸਾਲ ਤੇ ਫਿਰ ਅਸੀਂ ਖੁਦ ਜਿਹੜਾ ਨਾ ਉਹ ਪਰਮੇਸ਼ਰ ਕਹਿੰਦੇ ਵੀ ਅਸੀਂ ਆਪ ਅਵਤਾਰ ਕਲਯੁਗ ਦੇ ਵਿੱਚ ਧਾਰਾਂਗੇ। ਸ਼੍ਰੀ ਨਾਨਕ ਨਿਜ ਨਾਮ ਤਰਾਵਾ ਤੇ ਆਪਦਾ ਨਾਮ ਅਸੀਂ ਗੁਰੂ ਨਾਨਕ ਪਾਤਸ਼ਾਹ ਰਖਾਵਾਂਗੇ, ਸੰਸਾਰ ਤੇ ਪ੍ਰਗਟਾਂਗੇ, ਅਵਤਾਰਾਂਗੇ। ਭਗਤ ਪੰਥ ਜਗ ਮਹਿ ਬਿਦਤਾਵਾ ਆ ਭਗਤੀ ਦਾ ਰਸਤਾ ਜਿਹੜਾ ਅਸੀਂ ਸਾਰੇ ਸੰਸਾਰ ਵਿੱਚ ਆਪ ਆ ਕਰਕੇ ਪ੍ਰਗਟ ਕਰਾਂਗੇ। ਜੋਗ ਜਾਗਿਓ ਤਪ ਤ੍ਰੈ ਜੋਗ ਧਰਮ ਕਿਉਂਕਿ ਜੋਗ ਜਗ ਇਹ ਤਪ ਇਹ ਤਿੰਨਾਂ ਯੁੱਗਾਂ ਦਾ ਧਰਮ ਰਿਹਾ ਹੈ। ਕਲਯੁਗ, ਸਤਯੁਗ ਦਾ, ਦੁਆਪਰ ਦਾ, ਤ੍ਰੇਤੇ ਦਾ। ਇਹ ਪਿਛਲੇ ਸਮੇਂ ਇਹਨਾਂ ਤਿੰਨਾਂ ਕਾਲਾਂ, ਤਿੰਨਾਂ ਸਮਿਆਂ ਦਾ ਜਿਹੜਾ ਇਹ ਧਰਮ ਰਹਿਆ ਹੋਵੇਗਾ। ਇਨ ਮਹ ਕਰੈ ਲਹਿ ਵੱਡ ਸ਼ਰਮ ਤੋ ਇਹ ਹੁਣ ਕਲਯੁਗ ਵਿੱਚ ਕੋਈ ਕਰੂਗਾ ਨਹੀਂ, ਇਹ ਗੱਲ ਸਤਯੁਗ ਦੇ ਵਿੱਚ ਹੋ ਰਹੀ ਹੈ। ਪਰਮੇਸ਼ਰ ਭਵਿੱਖਤ ਵਾਕ ਕਰ ਰਹੇ ਆ ਵੀ ਜਦੋਂ ਅਸੀਂ ਗੁਰੂ ਨਾਨਕ ਨਾਮ ਰਖਾ ਕਰਕੇ ਸੰਸਾਰ ਤੇ ਅਵਤਾਰਾਂਗੇ, ਤਪ ਜਗ ਸਤ ਜਾਂ ਜਿਹੜਾ ਕੋਈ ਭਾਰੀ ਯੋਗ ਕਰਨਾ ਹੈ, ਯੋਗ ਯੱਗ ਤੇ ਤਪ, ਇਹ ਕੋਈ ਕਰ ਨਹੀਂ ਸਕੂਗਾ, ਥਕਾਵਟ ਮੰਨਿਆ ਕਰਨਗੇ। ਇਹ ਭਾਰੀ ਕਾਰਜ ਬੜਾ ਕਠਿਨ ਹੋਵੇਗਾ ਕਲਯੁਗ ਦੇ ਜੀਵਾਂ ਵਾਸਤੇ। ਕਲ ਜੁਗ ਮਹਿ ਨਰ ਸ਼ਕਤ ਬਹੀਨ ਕਿਉਂਕਿ ਕਲਯੁਗ ਦੇ ਵਿੱਚ ਜਿਹੜੇ ਮਨੁੱਖ ਹੋਣਗੇ ਉਹ ਸ਼ਕਤੀ ਤੋਂ ਹੀਣੇ ਹੋਣਗੇ, ਉਮਰਾਂ ਵੀ ਥੋੜੀ ਹੋਏਗੀ ਤੇ ਬਹੁਤਾ ਕੋਈ ਜਪ ਤਪ ਨਹੀਂ ਕਰ ਸਕਿਆ ਕਰਨਗੇ। ਬੁੱਧ ਬੇਤ ਬਲ ਤੇਜਨ ਤਨ ਛੀਨ ਜਿਨ੍ਹਾਂ ਦਾ ਸਰੀਰ ਬੁੱਧ ਵੀ ਘਾਟੀ ਹੋਵੇਗੀ ਤੇ ਧਨ ਵੀ ਥੋੜਾ ਹੋਵੇਗਾ ਇਹਨਾਂ ਦੇ ਪਾਸ, ਤੇ ਸਰੀਰ ਵੀ ਕਮਜ਼ੋਰੇ ਹੋਇਆ ਕਰਨਗੇ। ਤਿਨ ਕੇ ਹਿਤ ਸ਼ੁਭ ਮਾਰਗ ਪਾਵਨ ਤੇ ਇਹਨਾਂ ਨੂੰ ਚੰਗੇ ਮਾਰਗ ਤੇ ਪਾਉਣ ਵਾਸਤੇ, ਕਲਯੁਗ ਦੇ ਜੀਵਾਂ ਨੂੰ, ਕਮਜ਼ੋਰਿਆਂ ਲਤੜਿਆਂ ਜੀਵਾਂ ਨੂੰ ਅਸੀਂ ਚੰਗੇ ਸ਼੍ਰੇਸ਼ਟ ਪ੍ਰੇਮਾ ਭਾਉ ਭਗਤੀ ਦੇ ਰਸਤੇ ਤੇ ਪਾਉਣ ਵਾਸਤੇ ਤਨ ਤਰ ਫਿਰਾਂ ਸਰਬ ਹੀ ਥਾਵਨ ਅਸੀਂ ਸਰੀਰ ਧਾਰ ਕੇ ਗੁਰੂ ਨਾਨਕ ਨਾਮ ਰਖਾ ਕੇ ਤੇ ਸਾਰੇ ਥਾਵਾਂ ਤੇ ਫਿਰਾਂਗੇ। ਅਸੀਂ ਚੱਕਰਵਰਤੀ ਹੋ ਕਰਕੇ ਜਿਹੜਾ ਹੈ ਨਾ ਉਹ ਸਾਰੇ ਸੰਸਾਰ ਦਾ ਫੇਰਾ ਲਾਵਾਂਗੇ। ਚਾਹਾਂ ਦਿਸ਼ ਮਹਿ ਸਿੱਖੀ ਪ੍ਰਗਟਾਵਾ ਤੇ ਚਾਰੇ ਦਿਸ਼ਾਵਾਂ ਦੇ ਵਿੱਚ ਅਸੀਂ ਸਿੱਖੀ ਜਿਹੜੀ ਵਾ ਉਹ ਪ੍ਰਗਟ ਕਰਾਂਗੇ ਆਪਣੀ। ਭਗਤ ਰੀਤ ਮਹਿ ਗਿਆਨ ਬਤਾਵਾ ਤੇ ਭਗਤੀ ਦੀ ਰੀਤੀ ਸਾਰਿਆਂ ਨੂੰ ਦੱਸਾਂਗੇ, ਭਗਤੀ ਦਾ ਮਰਿਆਦਾ ਕਾਇਮ ਕਰਾਂਗੇ, ਤੇ ਗਿਆਨ ਜਿਹੜਾ ਵਾ ਉਹ ਅਸੀਂ ਥਿਰ ਕਰਾਂਗੇ ਸਾਰਿਆਂ ਦੇ ਹਿਰਦੇ ਅੰਦਰ। ਜਬ ਮੈਂ ਤੀਨ ਦੇਹ ਕੋ ਤਰਾਂ ਤੇ ਭਗਤੀ ਦੀ ਮਰਿਆਦਾ ਵਿੱਚ ਹੀ ਗਿਆਨ ਦੱਸਾਂਗੇ ਵੀ ਭਗਤੀ ਵਿੱਚ ਹੀ ਜਿਹੜਾ ਗਿਆਨ ਛੁਪਿਆ ਹੋਇਆ। ਤੋ ਕਹੋ ਕਬੀਰ ਕੋ ਭਗਤ ਕਰ ਪਾਇਆ, ਭੂਲੇ ਭਾਈ ਮਿਲੈ ਰਘੁਰਾਇਆ। ਪਰਮੇਸ਼ਰ ਦੀ ਪ੍ਰਾਪਤੀ, ਪਰਮੇਸ਼ਰ ਦਾ ਗਿਆਨ, ਸੁਖ ਭਗਤੀ ਚੋਂ ਹੀ ਅਸੀਂ ਪ੍ਰਗਟ ਕਰਕੇ ਇਹਨਾਂ ਨੂੰ ਦੱਸਾਂਗੇ ਜੀਵਾਂ ਨੂੰ। ਜਬ ਮੈਂ ਤੀਨ ਦੇਹ ਕੋ ਧਰਾਂ, ਫਿਰ ਜਦੋਂ ਅਸੀਂ 3 ਸਰੀਰ ਹੋਰ ਧਾਰ ਲਵਾਂਗੇ। ਚਤੁਰਥ ਤਨ ਆਪਨੋ ਪੁਨ ਕਰਾਂ ਤੇ 3 ਸਰੀਰਾਂ ਤੋਂ ਬਾਅਦ ਜਦੋਂ ਅਸੀਂ ਚੌਥਾ ਸਰੂਪ ਧਾਰਾਂਗੇ, ਭਾਵ ਸ੍ਰੀ ਗੁਰੂ ਰਾਮਦਾਸ ਜੀ, ਤਬੇ ਉਹ ਤੀਰਥ ਗੋਬਿੰਦ ਧਾਵਾ ਤੇ ਇਹ ਰਾਜਨ ਉਦੋਂ ਫਿਰ ਅਸੀਂ ਇਹ ਛੁਪੇ ਹੋਏ ਤੀਰਥ ਨੂੰ ਦੁਬਾਰਾ ਫੇਰ ਚੌਥੇ ਸਰੂਪ ਅੰਦਰ ਪ੍ਰਗਟ ਕਰਾਂਗੇ। ਪੰਚਮ ਤਨ ਤੇ ਪਾਕਿਆ ਬਨਾਵਾ ਤੇ ਜਦੋਂ 5ਵਾਂ ਸਰੂਪ ਧਾਰਾਂਗੇ ਉਦੋਂ ਤੀਰਥ ਨੂੰ ਪੱਕਾ ਕਰ ਦੇਵਾਂਗੇ, ਭਾਵ ਇਹ ਤੀਰਥ ਪੂਰੀ ਤਰ੍ਹਾਂ ਕਾਇਮ ਹੋ ਜਾਵੇਗਾ 5ਵੇਂ ਸਰੂਪ ਅੰਦਰ। ਸਰ ਅੰਦਰ ਸਿਰਜਾਉ ਹਰ ਮੰਦਰ ਤੇ ਇਸ ਤਲਾਬ ਭਾਵ ਉਥੇ ਜਿਹੜਾ ਤੀਰਥ ਬਣੇਗਾ ਨਾ ਤਲਾਬ, ਉਹਦੇ ਐਨ ਵਿਚਕਾਰ ਅਸੀਂ ਹਰੀ ਪਰਮੇਸ਼ਰ ਭਾਵ ਆਪ ਦਾ ਮੰਦਰ ਅਸੀਂ ਆਪ ਬਣਾਵਾਂਗੇ। ਸਰਗੁਣ ਸਰੂਪ ਹੋ ਕਰਕੇ ਨਿਰਗੁਣ ਸਰੂਪ ਦਾ ਰਹਿਣ ਵਾਸਤੇ ਮੰਦਰ ਬਣਾਵਾਂਗੇ। ਜੇ ਸਮਨਿੰਦ ਕਿਤ ਕੋਏ ਨਾ ਸੁੰਦਰ ਤੇ ਜਿਸ ਹਰੀ ਮੰਦਰ ਦੇ ਤੁੱਲ ਬਰਾਬਰ ਸਾਰੇ ਸੰਸਾਰ ਵਿੱਚ ਕੋਈ ਸੁੰਦਰ ਨਹੀਂ ਹੋਵੇਗਾ, ਜਿਸ ਹਰੀ ਮੰਦਰ ਦੇ ਬਰਾਬਰ ਸੰਸਾਰ ਵਿੱਚ ਹੋਰ ਕੋਈ ਇਮਾਰਤ, ਕੋਈ ਮਹਿਲ ਮਹੱਲ ਨਹੀਂ ਹੋਵੇਗਾ। ਸਤਨਾਮ ਕੀ ਅਧਿਕ ਬੜਾਈ ਜਿੱਥੇ ਸੱਚੇ ਨਾਮ ਵਾਹਿਗੁਰੂ 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 ਦੀ ਬਹੁਤੀ ਵਡਿਆਈ ਹੋਇਆ ਕਰੇਗੀ। ਕਰਾਂ ਸਥਾਪਤ ਰਹਿ ਸਦਾਈ ਇਹੋ ਜਿਹਾ ਤੀਰਥ ਅਸੀਂ ਸਥਾਪਿਤ ਕਰਾਂਗੇ ਚੌਥੇ ਸਰੂਪ ਅੰਦਰ ਹਰੀ ਮੰਦਰ,
ਜਿਹੜਾ ਸਦਾ ਹੀ ਰਹੇਗਾ, ਕਦੇ ਮਿਟੇਗਾ ਨਹੀਂ, ਸਦਾ ਕਾਇਮ ਰਹੇਗਾ। ਖਸ਼ਟਮ ਦੇਹ ਧਰਾ ਮੈਂ ਜਬੈ ਤੇ ਫਿਰ ਜਦੋਂ ਅਸੀਂ ਛੇਵਾਂ ਸਰੂਪ ਧਾਰਾਂਗੇ, ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਜਿਹ ਸਥਾਨ ਹਾਂ ਬੈਠਿਓ ਅਬੈ ਤੇ ਹੇ ਰਾਜਨ, ਜਿੱਥੇ ਹੁਣ ਅਸੀਂ ਬੈਠੇ ਹੋਏ ਆ ਨਾ, ਇਸ ਜਗ੍ਹਾ, ਇਸ ਵਕਤ ਜਿਸ ਜਗ੍ਹਾ ਹੁਣ ਅਸੀਂ ਬੈਠੇ ਬਰਾਜੇ ਹੋਏ ਹਾਂ, ਰਚ ਅਕਾਲ ਬੁੰਗਾ ਧਰ ਨਾਮੋ ਇੱਥੇ ਅਸੀਂ ਅਕਾਲ ਬੁੰਗਾ ਬੁੰਗਾ ਰਚਾਂਗੇ, ਜਿਹਦਾ ਨਾਮ ਅਸੀਂ ਅਕਾਲ ਬੁੰਗਾ ਰੱਖਾਂਗੇ। ਹੁਣ ਇਹਨੂੰ ਅਕਾਲ ਤਖਤ ਸਾਹਿਬ ਕਹਿੰਦੇ ਆ। ਪੁਰਾਤਨ ਨਾਮ ਖਾਲਸਾ ਜੀ ਅਕਾਲ ਤਖਤ ਸਾਹਿਬ ਦਾ ਅਕਾਲ ਬੁੰਗਾ ਹੈ। ਉਹ ਪੁਰਾਤਨ ਗ੍ਰੰਥਾਂ ਵਿੱਚ ਜਦੋਂ ਆਪ ਦੀ ਇਹ ਕਥਾ ਸੁਣੋਗੇ ਨਾ, ਇਹ ਅੱਗੇ ਛੇਵੇਂ ਪਾਤਸ਼ਾਹ ਦਾ ਇਤਿਹਾਸ, ਤੋ ਉੱਥੇ ਅਕਾਲ ਬੁੰਗਾ ਹੀ ਨਾਮ ਆਵੇਗਾ। ਪੰਥ ਪ੍ਰਕਾਸ਼ ਅੰਦਰ ਜਿਹੜਾ 18ਵੀਂ ਸਦੀ ਦੇ ਸਿੰਘਾਂ ਦਾ ਇਤਿਹਾਸ ਹੈ, ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਬਾਅਦ, ਉਹ ਸਾਰੇ ਇਤਿਹਾਸ ਦੇ ਅੰਦਰ ਇਹਦਾ ਨਾਮ ਅਕਾਲ ਬੁੰਗਾ ਹੀ ਆਉਂਦਾ। ਤੋ ਰਹੋ ਵਿਚਾਰ। ਉਹ ਮਹਾਰਾਜ ਪਰਮੇਸ਼ਰ ਕਹਿੰਦੇ, ਰਾਜਨ ਅਸੀਂ ਇੱਥੇ ਜਿੱਥੇ ਬੈਠੇ ਇੱਥੇ ਬੁੰਗਾ ਬਣਾਵਾਂਗੇ, ਜਿਹਦਾ ਨਾਮ ਅਕਾਲ, ਭਾਵ ਕਾਲ ਤੋਂ ਰਹਿਤ ਪਰਮੇਸ਼ਰ ਦਾ ਬੁੰਗਾ, ਉਹਦੀ ਯਾਦ ਵਿੱਚ ਉਹ ਅਸੀਂ ਇੱਥੇ ਆਪ ਹੀ ਬਣਾਉਣਾ ਕਰਾਂਗੇ। ਛੇਵਾਂ ਸਰੂਪ ਆਪ ਧਾਰ ਕਰਕੇ ਸਿਰਜਾ ਤਖਤ ਮਹਾ ਅਭਿਰਾਮੋ ਤੇ ਬੜਾ ਭਾਰੀ ਤਖਤ ਸੁੰਦਰ ਅਸੀਂ ਇੱਥੇ ਸਿਰਜਣਾ ਕਰਾਂਗੇ। ਬੈਠਾ ਬੀਚ ਦੀਵਾਨ ਲਗਾਵਾ ਤੇ ਆਪ ਹੀ ਫਿਰ ਇਸ ਤਖਤ ਦੇ ਅੰਦਰ ਅਸੀਂ ਦੀਵਾਨ ਸਜਾ ਕੇ, ਦਰਬਾਰ ਸਜਾ ਕਰਕੇ ਸੁਭਾਏਮਾਨ ਹੋਵਾਂਗੇ। ਸਰਬ ਜਗਤ ਕੋ ਗੁਰੂ ਕਹਾਵਾ ਤੇ ਸਾਰੇ ਸੰਸਾਰ ਦੇ ਅਸੀਂ ਜਿਹੜਾ ਵਾ ਉਹ ਗੁਰੂ ਕਹਾਵਾਂਗੇ। ਸਾਰੇ ਸੰਸਾਰ ਦੇ ਦਲ ਭੰਜਨ ਗੁਰ ਸੂਰਮਾ ਵਡਜੋ ਦਾ ਬਹੁ ਪਰਉਪਕਾਰੀ, ਅਰਜਨ ਕਾਇਆ ਪਲਟ ਕਰ ਮੂਰਤ ਹਰਗੋਬਿੰਦ ਸਵਾਰੀ। ਅਸੀਂ ਆਪ ਹੀ ਜਿਹੜਾ ਵਾ ਇਹ ਸਰੂਪ ਛੇਵਾਂ ਧਾਰ ਕੇ ਭਾਰੀ ਜਗਤ ਦੇ ਗੁਰੂ ਕਹਾਵਾਂਗੇ। ਪੁਨ ਮੈਂ ਸਦਾ ਬਸਾ ਇਸ ਥਾਨ ਤੇ ਪੁਨः ਫਿਰ ਜਿਹੜਾ ਵਾ ਇਸ ਤਰ੍ਹਾਂ ਅਸੀਂ ਇੱਥੇ ਹੀ ਆਪਦਾ ਵਾਸਾ ਕਰ ਲਵਾਂਗੇ ਸਦਾ ਵਾਸਤੇ। ਬੰਦ ਹੈ ਅਚਰਜ ਹੋਏ ਜਹਾਨ ਤੇ ਬੰਦਨਾ ਹੋਇਆ ਕਰੇਗੀ ਇੱਥੇ ਹੀ, ਤੇ ਅਚਰਜ ਸਾਰਾ ਸੰਸਾਰ ਜਿਹੜਾ ਨਾ ਉਹ ਹੈਰਾਨ ਹੋਇਆ ਕਰੇਗਾ। ਇੱਥੇ ਬੈਠ ਕੇ ਨਿਆਂ ਕਰਿਆ ਕਰਾਂਗੇ। ਜੋਤ ਆਪਣੀ ਨੀਤ ਬਸਾਵਾ ਤੇ ਆਪਣੀ ਜੋਤ ਨੂੰ ਨਿਤਾ ਪ੍ਰਤੀ ਅਸੀਂ ਇੱਥੇ ਵਸਾਵਾਂਗੇ, ਭਾਵ ਹਰੀ ਮੰਦਰ ਅਕਾਲ ਬੁੰਗੇ ਅੰਦਰ ਸਦਾ ਸਾਡੀ ਜੋਤ ਬਿਰਾਜਮਾਨ ਰਹੇਗੀ। ਮਹਾ ਤੇਜ ਸਭ ਮਹਿ ਬਿਦਤਾਵਾ ਤੇ ਆਪਣਾ ਤੇਜ ਪ੍ਰਤਾਪ ਅਸੀਂ ਇੱਥੇ ਹਰੀ ਮੰਦਰ ਤੋਂ, ਅਕਾਲ ਬੁੰਗੇ ਤੋਂ ਸਾਰਿਆਂ ਦੇ ਵਿੱਚ ਪ੍ਰਗਟ ਕਰ ਦੇਵਾਂਗੇ। ਇਮ ਪੁਰਸ਼ੋਤਮ ਨਿਰਪਸੋ ਕਹਿਓ ਐਸੇ ਬਚਨ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੇ ਇਸ ਇਖਵਾਕ ਰਾਜੇ ਤਾਈਂ ਆਖੇ ਆ, ਵਰਦਾਨ ਦਿੱਤਾ ਹੈ। ਪੁਨ ਬ੍ਰਹਮਾ ਕੀ ਦਿਸ਼ ਕੋ ਚਹਿਓ ਉਹਨਾਂ ਫਿਰ ਬ੍ਰਹਮਾ ਵੱਲ ਜਿਹੜਾ ਵਾ ਉਹ ਪ੍ਰਭੂ ਪਰਮੇਸ਼ਰ ਵੇਖਣ ਲੱਗੇ ਆ, ਵੀ ਹੁਣ ਬ੍ਰਹਮਾ ਵੀ ਕੁਝ ਬੋਲਿਓ ਚਾਹੁੰਦੇ ਆ। ਰੁਦਰ ਸਰੌਦਰ ਆਦ ਸਭ ਜੇਈ ਆ ਜਿਹੜੇ ਰੁਦਰ ਹੈ, ਜਾਂ ਜਿਹੜੇ ਉਹ 11 ਰੁਦਰ ਮੰਨੇ, ਜਾਂ ਸ਼ਿਵ ਭਗਵਾਨ ਤੋਂ ਆਦ ਜਿੰਨੇ ਹਨ, ਹੋਏ ਪ੍ਰਸੰਨ ਬਰ ਭਾਖਤ ਸੇਈ ਉਹ ਵੀ ਪ੍ਰਸੰਨ ਹੋਏ ਆ ਤੇ ਇਖਵਾਕ ਰਾਜੇ ਨੂੰ ਇਹ ਵਰਦਾਨ ਦੇਣ ਲੱਗੇ ਆ ਨਿਜ ਨਿਜ ਥਲ ਹਮ ਸਭ ਹੀ ਰਹਿ ਵੀ ਜਿੱਥੇ ਜਿੱਥੇ ਅਸੀਂ ਹੁਣ ਬੈਠੇ ਆ ਨਾ, ਅਸੀਂ ਸਾਰੇ ਹੀ ਇਹ ਇਖਵਾਕ ਰਾਜੇ ਇੱਥੇ ਰਵਾਂਗੇ ਜਦੋਂ ਇਹ ਪਾਵਨ ਸਥਾਨ ਤੀਰਥ ਪ੍ਰਗਟ ਹੋ ਜਾਵੇਗਾ। ਤੀਨ ਲੋਕ ਪਤ ਸੰਗੀ ਅਹੈ ਤੇ ਤਿੰਨਾਂ ਲੋਕਾਂ ਦੇ ਪਤ ਭਾਵ ਜਿਹੜਾ ਤਰਲੋਕੀ ਦੇ ਮਾਲਕ, ਜਦੋਂ ਪਰਮੇਸ਼ਰ ਇੱਥੇ ਰਹਿਣਗੇ ਫਿਰ ਸਾਨੂੰ ਰਹਿਣ ਵਿੱਚ ਕੀ ਹਰਜ ਹੈ, ਅਸੀਂ ਵੀ ਇੱਥੇ ਰਹਾਂਗੇ। ਉਹ ਚਾਹੇ ਹੁਣ ਸਾਧ ਸੰਗ ਜੀ ਕਈ ਰੌਲਾ ਪਾਉਂਦੇ ਆ, ਉਹ ਕਹਿੰਦੇ ਜੀ ਅਖੇ ਹਰੀ ਮੰਦਰ, ਅਖੇ ਹਰੀ ਦਾ ਮੰਦਰ ਹੈ, ਹਰੀ ਨਾਮ ਹੈ ਵਿਸ਼ਨੂੰ ਨੂੰ ਕਹਿੰਦੇ ਆ। ਕੀਰਤਮ ਨਾਮ ਜਪੇ ਤੇਰੇ ਜੇਬਾ, ਜਿਹੋ ਜੀ ਕਿਰਿਆ ਹੁੰਦੀ ਪਰਮੇਸ਼ਰ ਦੀ ਉਹੋ ਜਿਹਾ ਨਾਮ ਹੋ ਜਾਂਦਾ ਪ੍ਰਭੂ ਪਰਮੇਸ਼ਰ ਦਾ। ਪ੍ਰਭੂ ਨੂੰ ਠਾਕੁਰ ਕਹਿੰਦੇ ਆ, ਰਿਸ਼ੀ ਤੋਂ ਬੀਠਲ ਕਹਿੰਦੇ ਆ, ਤੇ ਬੀਠ ਨਾਮ ਇੱਟ ਦਾ ਵੀ ਹੈ। ਇੱਟ ਦਾ ਸਰਾਣਾ ਲਾਇਆ ਸੀ ਜਦੇ ਪਰਮੇਸ਼ਰ ਪ੍ਰਭੂ ਨੇ ਰਿਸ਼ੀ ਤੋਂ ਲੈ ਕਰਕੇ, ਜਾਂ ਇੱਟ ਤੇ ਬੈਠੇ ਸੀਗੇ ਉਹ ਪੱਥਰ ਛੋਟੇ ਤੇ ਨਾਮ ਬੀਠਲ ਪੈ ਗਿਆ। ਨਰਾਂ ਨਰਾਂ ਵਿੱਚ ਆਇਣ ਜਿਹੜੇ ਆਏ ਹੋਏ ਉਹਦਾ ਨਾਮ ਨਾਰਾਇਣ ਹੈ। ਤੋ ਐਸੇ ਤਰ੍ਹਾਂ ਪੁਰਖ ਪੁਰਾਂ ਵਿੱਚ ਖੈ ਵਿਆਪਕ ਹੈ। ਪੋ ਨਾਮ ਨਰਕ ਦਾ ਹੈ, ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਹੈ, ਉਹਨੂੰ ਪੁਰਖ ਕਹਿ ਦਿੰਦੇ ਆ। ਪੁਰਸ਼ੋਤਮੰ ਉੱਤਮ ਪੁਰਸ਼ ਕੌਣ ਹੈ? ਪ੍ਰਭੂ ਪਰਮੇਸ਼ਰ। ਉੱਥੇ ਨਾਮ ਉੱਤਮ ਪੁਰਸ਼ ਪੁਰਸ਼ੋਤਮੰ ਪੈ ਜਾਂਦਾ ਹੈ। ਤੋ ਇੱਕ ਅੰਕਾਰ ਆਕਾਰ ਜਿਹਦਾ ਇੱਕੋ ਹੀ ਹੈ, ਇੱਕ ਸਰੂਪ ਹੈ, ਦੁਤੀ ਹੈ ਨਹੀਂ, ਦੂਸਰ ਹੋਏ ਤਾਂ ਸੋਝੀ ਪਾਏ, ਉਹਦਾ ਨਾਮ ਏਕ ਅੰਕਾਰ ਹੈ। ਤੋ ਇਸ ਤਰ੍ਹਾਂ ਕੀਰਤਨ ਨਾਮ ਜਪੇ ਤੇਰੇ ਜੇਬਾ, ਜਿਹੋ ਜੀ ਕਿਰਿਆ ਹੁੰਦੀ ਪ੍ਰਭੂ ਦੀ ਉਹੋ ਜਿਹਾ ਨਾਮ ਬਣ ਜਾਂਦਾ। ਹਰੀ ਕਹੀਏ ਜੀਵਾਂ ਨੂੰ ਹਰੇ ਭਰੇ ਕਰਨ ਵਾਲਾ, ਜਿਹੜਾ ਸਾਰੇ ਜੀਵਾਂ ਨੂੰ ਹਰਿਆ ਭਰਿਆ ਕਰਦਾ ਉਹ ਹਰੀ ਹੈ। ਤੋ ਜੇ ਹਰੀ ਆਪਣ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਇਹ ਨਾ ਹਿੰਦੂਆਂ ਦਾ, ਨਾ ਮੁਸਲਮਾਨਾਂ ਦਾ, ਨਾ ਹੀ ਇਕੱਲੇ ਸਿੱਖਾਂ ਦਾ ਹੈ।
ਤੋ ਉਹ ਏਸੀ ਉਹ ਕਹਿੰਦੇ ਆ ਇਸ ਤਰ੍ਹਾਂ ਵੀ ਇਹ ਹਰੀ ਮੰਦਰ ਜੀ ਵਿਸ਼ਨੂੰ ਦਾ ਮੰਦਰ ਹੈ। ਤੋ ਸਾਧ ਸੰਗਤ ਜੀ, ਵਿਸ਼ਣ ਤਾਂ ਪਰਮੇਸ਼ਰ ਹੈ, ਪ੍ਰਭੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀਨ ਦਿਆਲ, ਉਹ ਨਾ ਹਿੰਦੂਆਂ ਦਾ ਹੈ ਨਾ ਉਹ ਮੁਸਲਮਾਨਾਂ ਦਾ ਹੈ। ਜੇ ਅੱਲਾ ਕਹਿ ਲੈਣਗੇ ਤੇ ਉਹ ਹੋਰ ਨਹੀਂ ਹੋ ਜਾਣਾ, ਜੇ ਕੋਈ ਹਰੀ ਕਹਿ ਲਓ ਤੇ ਹੋਰ ਨਹੀਂ ਹੋ ਜਾਣਾ, ਜੇ ਅਸੀਂ ਵਾਹਿਗੁਰੂ ਕਹਿ ਲਵਾਂਗੇ ਤੇ ਹੋਰ ਨਹੀਂ ਬਣ ਜਾਣਾ। ਉਹ ਇੱਕੋ ਹੀ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਪਰ ਇਹੋ ਜਿਹੀਆਂ ਉਹ ਜਿਹੜੀਆਂ ਹਨ ਉਹ ਟੁੱਚਰਾਂ ਕਰਦੇ ਆ ਕਿ ਅਖੇ ਜੀ ਹਰੀ ਦਾ ਮੰਦਰ ਹੈ। ਸਾਡੇ ਵਿੱਚ ਵੀ ਉਹ ਕਹਿੰਦੇ ਆ ਜੀ ਅਖੇ ਜੀ ਇਹਦਾ ਹਰਮੰਦਰ ਨਾਮ ਹੈ, ਕਿ ਕੱਲ ਨੂੰ ਇਹ ਆਖਣਗੇ ਜੀ ਸਾਡਾ ਮੰਦਰ ਹੈ, ਕਿ ਜੀ ਇਹ ਹਰੀ ਵਿਸ਼ਨੂੰ ਨੂੰ ਕਹਿੰਦੇ ਆ। ਤੋ ਇਹ ਮੰਦਰ ਸਾਧ ਸੰਗਤ ਜੀ ਉਹ ਸਭੇ ਸਾਂਝੀ ਵਾਲ ਸਦਾਏ ਨੇ, ਇੱਥੇ ਸਾਰਿਆਂ ਨੂੰ ਢੋਈ ਮਿਲਦੀ ਹੈ। ਮੱਕੇ ਵਿੱਚ ਕੋਈ ਹਿੰਦੂ ਨਹੀਂ ਜਾ ਸਕਦਾ, ਕਾਫਰ ਕਹਿੰਦੇ ਆ। ਮੰਦਰ ਵਿੱਚ ਸ਼ੂਦਰ ਨਹੀਂ ਜਾ ਸਕਦਾ। ਪਿੱਛੇ ਵੇਖਿਆ ਨਾ ਉਹ ਬੱਚਾ ਪਾਣੀ ਪੀਣ ਵੜਿਆ, ਕੁੱਟ-ਕੁੱਟ ਕੇ ਮਾਰਤਾ ਮੰਦਰ ਵਿੱਚ। ਪਰ ਇਹ ਕਿੱਡਾ ਦਰ ਹੈ ਗੁਰੂ ਰਾਮਦਾਸ ਮਹਾਰਾਜ ਦਾ, ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤੂੰ ਮਹਾਰਾਜ ਨੇ ਨਫ਼ਰਤ ਨਹੀਂ ਸਿਖਾਈ। ਕੁਝ ਸਾਡੇ ਵਿੱਚ ਵੀ ਕਮੀਆਂ ਆ, ਬ੍ਰਾਹਮਣਵਾਦ ਦਾ ਸਹਾਰਾ ਲੈ ਕਰਕੇ ਅਸੀਂ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਾਂ। ਨਾ ਸਾਧ ਸੰਗ ਜੀ ਕੋਈ ਹਿੰਦੂ ਮਾੜਾ ਹੈ, ਨਾ ਕੋਈ ਮੁਸਲਮਾਨ ਮਾੜਾ ਹੈ। ਜੇ ਹਿੰਦੂ ਮਾੜਾ ਹੈ ਤੇ ਮੋਤੀ ਰਾਮ ਮਹਿਰਾ ਕੌਣ ਹੈ, ਜਿਹਨੇ ਆਪਣਾ ਸਾਰਾ ਪਰਿਵਾਰ ਮਹਾਰਾਜ ਦੇ ਬਾਲਾਂ ਨੂੰ ਦੁੱਧ ਪਿਆਉਣ ਪਿੱਛੇ ਕੋਹਲੂ ਵਿੱਚ ਪਿੜਵਾ ਦਿੱਤਾ। ਜੇ ਮੁਸਲਮਾਨ ਮਾੜੇ ਆ ਤੇ ਉਹ ਕੌਣ ਹੈ, ਸ਼ੇਰ ਖਾਂ ਜਿਹਨੇ ਹਾ ਦਾ ਨਾਰਾ ਮਾਰਿਆ ਮਲੇਰਕੋਟਲੇ ਵਾਲੇ ਨੇ ਵੀ ਇਹ ਬੱਚੇ ਵਜੀਦਿਆ ਛੱਡ ਦੇ, ਤੇਰੀ ਕੁੱਲ ਡੁੱਬ ਜਾਵੇਗੀ। ਉਹ ਕੌਣ ਹੈ? ਗਨੀ ਖਾਂ ਨਬੀ ਖਾਂ ਕੌਣ ਹੈ? ਤੋ ਕੋਟ ਸ਼ਮੀਰ ਵਰਗੇ ਕੌਣ ਹੈ? ਇਹ ਸਾਰੇ ਗੁਰੂ ਪਹਿਲਾ ਸਿੱਖੀ ਮੁਸਲਮਾਨ ਹੋਇਆ ਰਾਏ ਬੁਲਾਰ ਬੇਬੇ ਨਾਨਕੀ ਤੋਂ ਬਾਅਦ। ਜੇ ਕਿਸੇ ਨੂੰ ਪਰਖ ਆਈ ਹੈ, ਪਰਮੇਸ਼ਰ ਨੂੰ ਕਿਸੇ ਨੇ ਜਾਣਿਆ ਤੇ ਉਹ ਰਾਏ ਬੁਲਾਰ ਜੀ ਹੋਏ ਆ। 3600 ਕਿੱਲਾ ਜ਼ਮੀਨ ਸੀ ਬਾਬਾ ਰਾਏ ਬੁਲਾਰ ਜੀ ਦੇ ਪਾਸ। ਰਾਏ ਭੋਏ ਦੀ ਤਲਵੰਡੀ ਨਾਮ ਸੀਗਾ ਵੀ ਰਾਏ ਵੱਜਦੇ ਸੀ ਸਾਰੇ, ਇਹ ਬੁਲਾਰ ਨਾਮ ਸੀ ਦਾ, ਰਾਏ ਇਹਨਾਂ ਦੀ ਅੰਸ਼ ਹੈ। ਤੇ ਅੱਧੀ ਜ਼ਮੀਨ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਕੀਤੀ। ਕਿਹਾ ਹੁਣ ਇਹਨੂੰ ਕੋਈ ਰਾਏ ਭੋਏ ਦੀ ਤਲਵੰਡੀ ਨਾ ਆਖੇ, ਨਾਨਕ ਆਣਾ। ਹੁਣ ਨਾਨਕ ਆਣਾ ਆ ਗਿਆ, ਇਹਦਾ ਨਾਮ ਨਨਕਾਣਾ। 1800 ਕਿੱਲਾ ਜ਼ਮੀਨ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਦੇ ਨਾਲ ਨਾਮ ਹੈ ਨਨਕਾਣਾ ਸਾਹਿਬ ਦੇ, ਉਹ ਮੁਸਲਮਾਨ ਨੇ ਲਵਾਈ ਹੈ। ਤੋ ਇਸ ਤਰ੍ਹਾਂ ਉਹ ਪ੍ਰਭੂ ਪਰਮੇਸ਼ਰ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੈ। ਹਰੀ ਮੰਦਰ ਵੀ ਸਾਰਿਆਂ ਦਾ ਸਾਂਝਾ ਹੈ, ਮੇਰ ਕਿਸੇ ਦੀ ਨਹੀਂ। ਅਕਾਲ ਪੁਰਖ ਪਰਮੇਸ਼ਰ ਨੂੰ ਮੰਨਣ ਵਾਲਾ, ਉਹਦਾ ਓਟ ਆਸਰਾ, ਉਹ ਆਪਣੇ ਆਪ ਨੂੰ ਉਸ ਪਰਮੇਸ਼ਰ ਦੀ ਅੰਸ਼ ਸੇਵਕ ਦਾਸ ਕਹਾਉਣ ਵਾਲੇ ਹਰੇਕ ਦਾ ਹੀ ਇਹ ਹਰੀ ਮੰਦਰ ਓਨਾ ਜਿੰਨਾ ਸਾਡਾ। ਤੋ ਇਸ ਤਰ੍ਹਾਂ ਪਰ ਜਿਹੜਾ ਹੈ ਕੋਈ ਇਹ ਟੁੱਚਰਾਂ ਕਰੇ ਕਿ ਹਰੀ ਮੰਦਰ ਹਰੀ ਦਾ ਜੀ, ਉਹ ਵਿਸ਼ਨੂੰ ਦਾ ਹੈ। ਵਿਸ਼ਨੂੰ ਵਰਗੇ ਤਾਂ ਆਪ ਉੱਥੇ ਸਾਧ ਸੰਗਤ ਦੀ ਟੋਕਰੀ ਢੋਂਦੇ ਰਹੇ ਆ ਜਦੋਂ ਇਹ ਬਣਿਆ। ਗੁਰੂ ਅਰਜਨ ਦੇਵ ਮਹਾਰਾਜ ਦੀ ਅੱਗੇ ਕਥਾ ਆਵੇਗੀ। ਸਿੱਖ ਕਹਿੰਦੇ ਮਹਾਰਾਜ ਚਿੱਟੇ ਬਸਤਰਾਂ ਵਾਲੇ ਪਤਾ ਨਹੀਂ ਕੌਣ ਆਉਂਦੇ ਆ, ਤੜਕੇ ਆ ਜਾਂਦੇ, ਰਾਤ ਨੂੰ ਗਾਇਬ ਹੋ ਜਾਂਦੇ, ਤੰਬੂਆਂ ਵਿੱਚ ਵੀ ਦੀਦੇ ਨਹੀਂ, ਰੂਪ ਬੜੇ ਸੋਹਣੇ ਆ, ਸੇਵਾ ਬਹੁਤ ਕਰਦੇ, ਟੋਕਰੀਆਂ ਢੋਂਦੇ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਇੰਦਰ ਵਰਗੇ ਆ, ਸਵਰਗਾਂ ਦੇ ਦੇਵਤੇ, ਵਿਸ਼ਨੂੰ ਵਰਗੇ, ਬ੍ਰਹਮਾ ਵਰਗੇ ਇੱਥੇ ਟੋਕਰੀ ਢੋਂਦੇ ਆ, ਕਿਉਂਕਿ ਪਰਮੇਸ਼ਰ ਦਾ ਦਰ ਬਣ ਰਿਹਾ ਹੈ। ਤੋ ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਪਸ਼ਟ ਕੀਤਾ। ਫਿਰ ਕਾਲ ਪੁਰਖ ਕੀ ਦੇਹ ਮੋ ਕੋਟਿਕ ਬਿਸ਼ਨ ਮਹੇਸ਼। ਪਰਮੇਸ਼ਰ ਦੇ ਇੱਕ ਰੋਮ ਦੇ ਵਿੱਚ ਕਈ ਇੱਥੇ ਅੰਦਰ ਤੁਰੇ ਫਿਰਦੇ ਆ, ਕਈ ਇੱਥੇ ਉਹ ਬ੍ਰਹਮੇ ਤੁਰੇ ਫਿਰਦੇ ਆ, ਕਈ ਵਿਸ਼ਨੂੰ ਤੁਰੇ ਫਿਰਦੇ ਆ। ਕਾਲ ਪੁਰਖ ਕੀ ਦੇਹ ਮੋ ਕੋਟਿਕ ਬਿਸ਼ਨ ਮਹੇਸ਼। ਉਹ ਵਿਰਾਟ ਸਰੂਪ ਵਿੱਚ ਕਈ ਇੰਦਰ ਦੇਵਤੇ, ਕਈ ਵਿਸ਼ਨੂੰ, ਕਈ ਸ਼ਿਵ ਭਗਵਾਨ, ਬ੍ਰਹਮੇ ਵਰਗੇ ਤੁਰੇ ਫਿਰਦੇ ਆ। ਕੋਟ ਇੰਦਰ ਬ੍ਰਹਮਾ ਕਿਤੇ। ਤੋ ਇਸ ਤਰ੍ਹਾਂ ਇਹ ਮਨ ਵਿੱਚ ਸੰਸਾ ਨਹੀਂ ਰੱਖਣਾ ਚਾਹੀਏ। ਤੋ ਅੱਗੇ ਇੱਥੇ ਫਿਰ ਕਵੀ ਜੀ ਉਹ ਵਿਚਾਰ ਕਹਿੰਦੇ ਐ ਕਿ 3 ਲੋਕ ਪਤ ਸੰਗੀਆ ਹੈ। ਦੇਵਤੇ ਕਹਿੰਦੇ ਰਾਜਨ ਜਿਹੜੇ 3 ਲੋਕਾਂ ਦੇ ਮਾਲਕ ਪ੍ਰਭੂ ਪਰਮੇਸ਼ਰ ਜਦੋਂ ਇੱਥੇ ਰਹਿ ਰਹੇ ਆ ਤੇ ਫਿਰ ਸਾਨੂੰ ਕੀ ਦਿੱਕਤ ਹੈ?
ਅਸੀਂ ਵੀ ਪਰਮੇਸ਼ਰ ਦੇ ਚਰਨਾਂ 'ਚ ਇੱਥੇ ਹੀ ਵਾਸਾ ਰੱਖਾਂਗੇ। ਇਸ ਪ੍ਰਕਾਰ ਨਿਰਪ ਕੋ ਬਰ ਤੋ ਦੀਨੇ। ਇਸ ਤਰ੍ਹਾਂ ਦਾ ਵਰਦਾਨ ਜਿਹੜਾ ਵਾ ਨਾ ਉਹ ਰਾਜੇ ਨੂੰ ਦਿੱਤਾ, ਦੇਵਤਿਆਂ ਨੇ ਵੀ ਵਰਦਾਨ ਦੇ ਦਿੱਤਾ ਹੈ। ਪੁਨః ਵਿਸਰਜਨ ਸਗਰੇ ਕੀਨੇ। ਤੇ ਪੁਨ੍ਹਾ ਫਿਰ ਸਾਰਿਆਂ ਨੂੰ ਇਹ ਰਾਜੇ ਜਿਹੜਾ ਵਾ ਇਹਨੇ ਸਾਰਿਆਂ ਨੂੰ ਸਤਿਕਾਰ ਦੇ ਦੇ ਕੇ ਵਿਦਾ ਕੀਤਾ ਹੈ। ਨਿਰਪ ਇਖਵਾਕ ਪ੍ਰਤਾਪ ਵਿਸਾਲਾ। ਇਸ ਤੋਂ ਬਾਅਦ ਬੜਾ ਭਾਰੀ ਪ੍ਰਤਾਪ ਹੋ ਰਿਹਾ ਰਾਜੇ ਇਖਵਾਕ ਦਾ। ਛਤਰੀ ਬੰਸ ਜਗਤ ਮਹਿ ਚਾਲਾ। ਤੋ ਛਤਰੀਆਂ ਦਾ ਵੰਸ਼ ਫਿਰ ਇਸ ਇਖਵਾਕ ਰਾਜੇ ਤੋਂ ਅੱਗੇ ਸੰਸਾਰ ਵਿੱਚ ਚੱਲਿਆ ਹੈ, ਰਾਮਚੰਦ ਆਦਿਕ ਸਿਰਮਾਰ। ਜਿਹਦੇ ਵਿੱਚ ਰਾਮਚੰਦਰ ਵਰਗੇ ਬੜੇ ਸ਼ਰਮੋਰ ਦੇਵਤੇ ਹੋਏ ਹਨ। ਰਾਮਚੰਦਰ ਵਰਗੇ ਭਗਵਾਨ ਸਰੂਪ ਜਾਂ 14 ਕਲਾ ਸਮਰੱਥ। ਭਏ ਅਨੇਕ ਸੋ ਰਾਜਾ ਆਰ। ਇਸ ਤੋਂ ਇਲਾਵਾ ਹੋਰ ਵੀ ਬੜੇ ਭਾਰੀ ਰਾਜੇ ਹੋਏ ਹਨ, ਭਾਰੀ। ਸੋਈ ਬੰਸ ਚੱਲਿਓ ਜਗ ਆਵਾ। ਤੇ ਉਹ ਵੰਸ਼ ਅੱਗੇ ਦੀ ਅੱਗੇ ਫਿਰ ਚੱਲਦਾ ਚੱਲਦਾ ਤੁਰਿਆ ਆਉਂਦਾ ਰਹਿਆ ਹੈ। ਬੇਦੀ ਕੁਲ ਸੋਢੀ ਪ੍ਰਗਟਾਵਾ। ਆ ਜਿਨ੍ਹਾਂ ਵੇਦ ਪੜਿਓ ਬੇਦੀ ਹੋਏ, ਸਨੌੜ ਰਾਜੇ ਤੋਂ ਜਿਹੜਾ ਉਹ ਸੋਢ ਵੰਸ਼ ਚੱਲੀ ਹੈ। ਤੋ ਇਸ ਤਰ੍ਹਾਂ ਬੇਦੀਆਂ ਦੇ ਵਿੱਚ ਤੇਹਣਾ ਅਰ ਭੱਲੇ ਇਹ ਬੇਦੀ ਇਹ ਤਿੰਨ ਜਿਹੜੇ ਇਹ ਹੋਏ ਆ। ਤੋ ਸੋਢ ਵੰਸ਼ ਇੱਕ ਅਲੱਗ ਜਿਹੜੀ ਵਾ ਉਹ ਸਨੌੜ ਰਾਜੇ ਪਾਸੋਂ ਚੱਲੀ ਹੈ। ਸਭ ਪ੍ਰਸੰਗ ਪ੍ਰਥਮੈ ਜੋ ਪਇਓ। ਤੋ ਕਹਿੰਦੇ ਉਹ ਜਿਹੜਾ ਪਹਿਲਾਂ ਸਾਰਾ ਪ੍ਰਸੰਗ ਹੁਣ ਤੀਕਰ ਇਹਨਾਂ ਬੇਦੀਆਂ ਤੇ ਹੋਇਆ ਹੈ ਸੋਢੀਆਂ ਦਾ। ਸ਼੍ਰੀ ਗੁਰ ਅਮਰ ਵਿਚਾਰਨ ਕੀਓ। ਇਹ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਹਿਰਦੇ ਅੰਦਰ ਸਾਰੇ ਦੀ ਪਿੱਛੇ ਵਿਚਾਰ ਕੀਤੀ ਜਦ। ਸ਼੍ਰੀ ਗੁਰ ਰਾਮਦਾਸ ਕੇ ਹੇਤ। ਤੇ ਬਾਕੀ ਦੂਜੀ ਗੱਲ ਹੈ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਾਸਤੇ ਚਿਤ ਚਾਹਿਓ ਬਨਵਾਇਨ ਕੇਤ। ਤੇ ਮਨ ਚਾਹੁੰਦਾ ਹੈ ਵੀ ਇਹਨਾਂ ਵਾਸਤੇ ਕੋਈ ਵੱਖਰਾ ਘਰ ਬਣਾ ਕੇ ਦਈਏ। ਜਿਵੇਂ ਗੁਰੂ ਅੰਗਦ ਪਾਤਸ਼ਾਹ ਨੇ ਸਾਨੂੰ ਗੋਇੰਦਵਾਲ ਸਾਹਿਬ ਦਿੱਤਾ, ਇਹਨਾਂ ਵਾਸਤੇ ਕੋਈ ਵੱਖਰਾ ਹੀ ਘਰ ਬਣਾ ਦਈਏ। ਕੁਲ ਹਮਰੀ ਰਹਿ ਗੋਇੰਦਵਾਲ। ਤੇ ਸਾਡੀ ਜਿਹੜੀ ਕੋਲ ਹੈ ਉਹ ਗੋਇੰਦਵਾਲ ਹੀ ਰਹਿ ਜਾਊ। ਮੋਹਣ ਤੇ ਮੋਹਰੀ ਤੋਂ ਆਦਿਕ ਜਿਹੜੇ ਸਾਡੇ ਅੱਗੇ ਪੋਤਰ ਪੋਤਰੇ ਹੈ ਇਹ ਸਾਰੇ ਹੀ ਇੱਥੇ ਗੋਇੰਦਵਾਲ ਰਹਿ ਜਾਣਗੇ। ਤੇ ਸ਼੍ਰੀ ਰਾਮਦਾਸ ਜੀ ਉੱਥੇ ਅੱਗੇ ਸੁੱਖਾਂ ਨਾਲ ਵਾਸਾ ਕਰ ਲੈਣਗੇ। ਫਲਹ ਆਨੰਦ ਵਿਸਾਲ। ਤੇ ਇਹ ਜਿਹੜੀ ਕੁਲ ਹੈ ਉਹ ਗੁਰੂ ਰਾਮਦਾਸ ਜੀ ਦੀ ਉੱਥੇ ਫਲੀ ਭੂਤ ਹੋ ਜਾਵੇਗੀ। ਇਹੋ ਜਿਹਾ ਸਥਾਨ ਇਹਨਾਂ ਨੂੰ ਬਣਾ ਕੇ ਦੇ ਦਈਏ। ਇਨ ਤੇ ਪ੍ਰਥਕ ਰਹਿ ਕਿਤ ਔਰ। ਕਿਉਂਕਿ ਮੋਹਣ ਤੇ ਮੋਹਰੀ ਜੀ ਤੋਂ ਜਾਂ ਸਾਡੀ ਵੰਸ਼ ਜਿਹੜੀ ਹੈ ਇਹਨਾਂ ਤੋਂ ਅਲੱਗ ਹੋ ਕਰਕੇ ਆਪੇ ਆਪ ਦਾ ਘਰ ਬਣਾ ਕਰਕੇ ਰਹਿ ਲੈਣਗੇ। ਰਾਮਦਾਸ ਸੋਢੀ ਸਿਰਮਾਰ। ਜਿਹੜੇ ਸ੍ਰੀ ਗੁਰੂ ਰਾਮਦਾਸ ਜੀ ਹੈ ਤੇ ਸੋਢੀਆਂ ਦੇ ਸ਼੍ਰੋਮਣੀ ਹਨ। ਆਰਤ ਹੈ ਤੀਰਥ ਸੋਭਿਦਤਾਵੈ। ਤੇ ਅਰ ਆਪੇ ਫਿਰ ਉੱਥੇ ਅੱਗੇ ਤੀਰਥ ਨੂੰ ਆਪੇ ਪ੍ਰਗਟ ਕਰ ਲੈਣਗੇ। ਜਿਹੜਾ ਜਗ੍ਹਾ ਇਹਨਾਂ ਨੂੰ ਦੱਸ ਦੇਵਾਂਗੇ ਦੇ ਦੇਵਾਂਗੇ। ਸਨੇ ਸਨੇ ਸਭ ਕਾਰਜ ਕਰਾਵੈ। ਤੇ ਆਪੇ ਹੀ ਹੌਲੀ ਹੌਲੀ ਤੀਰਥ ਨੂੰ ਪ੍ਰਗਟ ਕਰਕੇ ਵੱਡਾ ਬਣਾ ਲੈਣਗੇ। ਹੌਲੀ ਹੌਲੀ ਸਿੱਖਾਂ ਤੋਂ ਆਪੇ ਹੀ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਕਰਵਾ ਲੈਣਗੇ। ਰਿਪ ਕੋ ਬਾਰ ਪੂਰਬ ਜੋ ਦਇਓ। ਬਾਕੀ ਜਿਹੜਾ ਇਹ ਕਿਉਂਕਿ ਹੁਣ ਗੁਰੂ ਅਮਰਦਾਸ ਮਹਾਰਾਜ ਪਰਮੇਸ਼ਰ ਹੈ ਨਾ, ਹੁਣ ਤੀਜੇ ਥਾਂ ਇਹ ਹੋਏ ਆ। ਤੋ ਉਹ ਪਰਮੇਸ਼ਰ ਪ੍ਰਭੂ ਸ੍ਰੀ ਗੁਰੂ ਅਮਰਦਾਸ ਜੀਆਂ ਨੇ ਉਹ ਸਤਜੁਗ ਸਮੇਂ ਦਾ ਇਖਵਾਕ ਰਾਜੇ ਨੂੰ ਦਿੱਤਾ ਹੋਇਆ ਵਰਦਾਨ ਵੀ ਯਾਦ ਕੀਤਾ ਹੈ। ਔਰ ਸ਼੍ਰੀ ਅਮਰ ਸੋ ਸਿਮਰਨ ਕੀਓ। ਵੀ ਅਸੀਂ ਜਿਹੜਾ ਹੈ ਉਹ ਪ੍ਰਗਟ ਕਰਾਂਗੇ ਤੀਰਥ। ਇੱਕ ਵਾਰੀ ਛੁਪ ਜਾਵੇਗਾ ਫਿਰ ਅਸੀਂ ਆਪ ਪ੍ਰਗਟ ਕਰਾਂਗੇ। ਉਹ ਸਾਰਾ ਪ੍ਰਸੰਗ ਕੀਤਾ ਹੋਇਆ ਉਹ ਕਰਾਰ ਜਿਹੜਾ ਵਰਦਾਨ ਇਖਵਾਕ ਰਾਜੇ ਨੂੰ ਦਿੱਤਾ ਹੋਇਆ ਵਰ ਜਿਹੜਾ ਮਹਾਰਾਜ ਨੇ ਯਾਦ ਕੀਤਾ ਹੈ। ਜਾਣਿਓ ਸਮਾਂ ਪਹੁੰਚਿਓ ਆਏ। ਤੇ ਜਾਣਿਆ ਵੀ ਹੁਣ 5000 ਵਰ੍ਹਾ ਸਮਾਂ ਬੀਤ ਗਿਆ ਤੇ ਸਰੂਪ ਵੀ ਹੁਣ ਅਸੀਂ ਚੌਥਾ ਧਾਰ ਰਹੇ ਹਾਂ। ਤੇ ਉਹ ਸਮਾਂ ਹੁਣ ਆ ਚੁੱਕਾ ਹੈ ਤੀਰਥ ਜਿਹੜਾ ਉਹ ਪ੍ਰਗਟ ਕਰਨੇ ਦਾ। ਤੀਰਥ ਸਰਬੋਤਮ ਵਿਦਤਾ। ਤੇ ਜਿਹੜਾ ਸਾਰਿਆਂ ਸੰਸਾਰ ਦੇ ਤੀਰਥਾਂ ਤੋਂ ਸਰਬ ਉੱਤਮ ਸ਼੍ਰੇਸ਼ਟ ਤੀਰਥ ਹੈ ਉਹ ਹੁਣ ਅਸੀਂ ਪ੍ਰਗਟ ਕਰ ਦਈਏ। ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਹ ਸਤਜੁਗ ਦੇ ਸਮੇਂ ਦਾ ਸਾਰਾ ਪ੍ਰਸੰਗ ਯਾਦ ਕੀਤਾ ਵੀ ਅਸੀਂ ਇਹ ਵਾਅਦਾ ਕੀਤਾ ਜਾਂ ਵਰਦਾਨ ਦਿੱਤਾ ਸੀ ਇਖਵਾਕ ਰਾਜੇ ਨੂੰ ਵੀ ਅਸੀਂ ਤੀਰਥ ਆਪ ਪ੍ਰਗਟ ਕਰਾਂਗੇ ਕਲਯੁਗ ਦੇ ਅੰਦਰ ਜਦੋਂ ਚੌਥਾ ਸਰੂਪ ਧਾਰਾਂਗੇ। ਤੋ ਇਸ ਤਰ੍ਹਾਂ ਉਹ ਮਹਾਰਾਜ ਫਿਰ ਅੱਗੇ ਜਿਵੇਂ ਫਿਰ ਜਿਹੜਾ ਤੀਰਥ ਹੈ ਉਹ ਗੁਰੂ ਗਰੀਬ ਨਵਾਜੇ ਪ੍ਰਗਟ ਕਰਦੇ ਆ। ਗੁਰੂ ਕਾ ਚੱਕ ਨਾਮ ਰੱਖਾ ਸੰਤੋਖ ਸਰ ਦੀ ਸੇਵਾ ਆਰੰਭ ਹੁੰਦੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਇਆ ਸਦਕਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਾਇਆ ਸਦਕਾ ਸੰਗਤਾਂ ਸੇਵਾ ਕਰਦੀਆਂ। ਸਭ ਤੋਂ ਪਹਿਲਾਂ ਸੰਤੋਖ ਸਰ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਬਣਨਾ ਸ਼ੁਰੂ ਹੁੰਦਾ। ਉਹ ਸਾਰੀ ਜਿਵੇਂ ਕਥਾ ਆਉਂਦੀ ਅੱਗੇ ਫਿਰ ਅੰਮ੍ਰਿਤਸਰ ਸਾਹਿਬ ਸਰੋਵਰ ਬਣਨਾ ਨਾਲ ਫਿਰ 52 ਜਾਤੀਆਂ ਦੇ ਜਿਹੜੇ ਵਪਾਰੀਆਂ ਦਾ ਲਿਆ ਕਰਕੇ ਇੱਥੇ ਵਾਸਾ ਕਰਵਾਉਣਾ। ਸਾਰੀ ਕਥਾ ਅੱਗੇ ਆ ਰਹੀ ਹੈ। ਨਿਤਾ ਪ੍ਰਤੀ ਹਾਜ਼ਰੇ ਭਰ ਸੁਣੀਏ ਜੀ।
ਮਹਾਰਾਜ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਿਰੇਪਕੋ ਬਾਰ ਪੂਰਬ ਜੋ ਦਇਓ, ਔਰ ਸ਼੍ਰੀ ਅਮਰ ਸੋ ਸਿਮਰਨ ਕੀਓ। ਜਾਣਿਓ ਸਮਾ ਪਹੁੰਚਿਓ ਆਏ, ਤੀਰਥ ਸਰਬੋਤਮ ਬਿਦਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰ। ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੁਣਹੁ ਸਿੰਘ ਸਿੰਘ। ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ